एंट्रीज करते हैं ਆਪਾਂ। ਪਹਿਲਾਂ ਕੀ ਲਿਖਿਆ ਗੁੱਡਸ ਡਿਸਟਰੋਏ ਬਾਈ ਐਕਸੀਡੈਂਟ, ਤਾਂ ਐਂਟਰੀ ਕੀ ਪੈਂਦੀ ਹੁੰਦੀ ਆ। ਦੇਖੋ ਜਦੋਂ ਆਪਾਂ ਗੁੱਡਸ ਨੂੰ ਪਰਚੇਜ਼ ਕਰਦੇ ਹਾਂ, ਠੀਕ ਆ, ਤਾਂ ਹੁਣ ਜੇ ਡਿਸਟਰੋਏ ਹੋ ਜਾਣ ਤਾਂ ਪਰਚੇਜ਼ ਨੂੰ ਕ੍ਰੈਡਿਟ ਕਰਾਂਗੇ ਕਿਉਂਕਿ ਸਟਾਕ ਵਗੈਰਾ ਆਪਾਂ ਨੇ ਪਰਚੇਜ਼ ਅਕਾਊਂਟ 'ਚ ਡੈਬਿਟ ਕੀਤਾ ਹੋਇਆ, ਠੀਕ ਆ। ਤਾਂ ਐਂਟਰੀ ਪਾਵਾਂਗੇ ਲੋਸ ਬਾय ਐਕਸੀਡੈਂਟ ਅਕਾਊਂਟ ਡੈਬਿਟ टू परचेज अकाउंट, ठीक है। लॉस क्यों लॉस हो गया, डिस्ट्रॉय एक्सीडेंट्स खत्म हो गया। लॉस बाय एक्सीडेंट कहता नॉमिनल अकाउंट आ, नॉमिनल अकाउंट की कहता डैबिट आल एक्सपेंस एंड लॉसिस, ਤਾਂ ਨੋਮੀਨਲ ਅਕਾਊਂਟ ਨੂੰ ਡੈਬਿਟ ਕਰ ਦਾਂਗੇ। ਕ੍ਰੈਡਿਟ ਕੀ ਕਰਾਂਗੇ ਪਰਚੇਜ਼ ਅਕਾਊਂਟ ਦੇ ਵਿੱਚ, ਠੀਕ ਆ। ਪਰਚੇਜ਼ 'ਚ ਪਈਆਂ ਸੀ ਗੁੱਡਸ, ਜਦੋਂ ਪਰਚੇਜ਼ ਨੂੰ ਡੈਬਿਟ ਕੀਤਾ ਸੀ ਆਪਾਂ ਦੇਖਦੇ ਹੁੰਦੇ ਵੀ ਗੁੱਡਸ ਨੂੰ ਕੀ 'ਚ ਪਈਆਂ ਨੇ, ਪਰਚੇਜ਼ 'ਚ ਪਈਆਂ ਨੇ, ਪਰਚੇਜ਼ ਨੂੰ ਕ੍ਰੈਡਿਟ ਕਰ ਦਾਂਗੇ। ਨੈਕਸਟ ਸਟੇਟਮੈਂਟ ਹੈਗੀ ਹੈ ਗੁੱਡ ਡਿਸਟਰੋਏ ਬਾय ਐਕਸੀਡੈਂਟ 25,000 ਦੀਆਂ ਡਿਸਟਰੋਏ ਹੋ ਗਈਆਂ। ਇੰਸ਼ੋਰੈਂਸ ਕੰਪਨੀ ਐਡਮਿਟ ਦਾ ਕਲੇਮ, ਐਡਮਿਟ ਹੁੰਦਾ ਮੰਨ ਲਿਆ ਵੀ 5,000 ਰੁਪਏ ਦੇ ਦੇਣਗੇ। ਇੰਸ਼ੋਰੈਂਸ ਗੁੱਡਸ 25,000 ਦੀਆਂ ਡਿਸਟਰੋਏ ਹੋਈਆਂ ਨੇ, ਇੰਸ਼ੋਰੈਂਸ ਕੰਪਨੀ ਕਹਿੰਦੀ 5,000 ਰੁਪਏ ਦੇ ਦੂੰਗੀ। ਤਾਂ ਨੁਕਸਾਨ ਕਿੰਨਾ ਰਹਿ ਗਿਆ 25 ਚੋਂ 5,000 ਲੈਸ ਕਰੋ। ਤਾਂ ਲੋਸ ਬਾय ਐਕਸੀਡੈਂਟ ਕਿੰਨਾ ਰਹਿ ਗਿਆ 20,000। ਹੁਣ ਜਿਹੜੀ ਇੰਸ਼ੋਰੈਂਸ ਕੰਪਨੀ ਆਪਾਂ ਨੂੰ ਕਲੇਮ ਦੇ ਦੂ ਤਾਂ ਇੰਸ਼ੋਰੈਂਸ ਕੰਪਨੀ ਅਕਾਊਂਟ ਡੈਬਿਟ ਕਿਉਂਕਿ ਪੈਸੇ ਲੈਣੇ ਹੋ ਗਏ, ਟੂ ਪਰਚੇਜ਼ ਅਕਾਊਂਟ ਕਿਉਂਕਿ ਫੇਰ ਪਰਚੇਜ਼ ਕਰੇ ਨੂੰ ਹੀ ਕ੍ਰੈਡਿਟ ਕਰਾਂਗੇ ਜਦੋਂ ਗੁੱਡਸ ਡਿਸਟਰੋਏ ਵਗੈਰਾ ਹੁੰਦੀਆਂ ਨੇ, ਕਿਉਂਕਿ ਪਰਚੇਜ਼ 'ਚ ਡੈਬਿਟ ਪਈਆਂ ਨੇਗੀਆਂ, ਠੀਕ ਹੈ। ਤਾਂ ਪਰਚੇਜ਼ ਨੂੰ ਹੀ ਕ੍ਰੈਡਿਟ ਕਰਨਾ ਪੈਂਦਾ ਗਾ। ਤਾਂ ਐਂਟਰ ਕੀ ਪਾਊਗੀ, ਕਲੀਅਰ ਹੋ ਗਿਆ। ਲੋਸ ਬਾय ਐਕਸੀਡੈਂਟ ਅਕਾਊਂਟ ਡੈਬਿਟ 20,000, ਗੁੱਡਸ ਕਿੰਨੀਆਂ ਡਿਸਟਰੋਏ ਹੋਈਆਂ ਨੇ 25,000। ਇੰਸ਼ੋਰੈਂਸ ਕੰਪਨੀ ਕਿੰਨੇ ਦੇਣ ਨੂੰ ਤਿਆਰ ਹੈਗਾ ਆਪਾਂ ਨੂੰ, ਐਡਮਿਟ ਮੰਨ ਲਿਆ ਕਲੇਮ ਐਡਮਿਟ ਕਰ ਲਿਆ 5,000 ਰੁਪਏ ਕਹਿੰਦੀ ਦੇ ਦੂੰਗੀ ਇੰਸ਼ੋਰੈਂਸ ਕੰਪਨੀ। ਤਾਂ ਆਪਣੇ ਕੋਲ ਨੁਕਸਾਨ ਕਿੰਨਾ ਰਹੇਗਾ 20,000 ਦਾ ਨੁਕਸਾਨ ਰਹਿ ਗਿਆ। ਤਾਂ ਆਪਾਂ ਕਿਹਨੂੰ ਡੈਬਿਟ ਕਰਾਂਗੇ, ਲੋਸ ਬਾय ਐਕਸੀਡੈਂਟ ਅਕਾਊਂਟ ਡੈਬਿਟ 20,000। ਇੰਸ਼ੋਰੈਂਸ ਕੰਪਨੀ ਅਕਾਊਂਟ ਡੈਬਿਟ ਕਿੰਨਾ ਹੋ ਜਾਊਗਾ 5,000 ਟੂ ਪਰਚੇਜ਼ 25,000। ਜੇ ਇੰਸ਼ੋਰੈਂਸ ਕੰਪਨੀ ਤੋਂ ਕਲੇਮ ਮਿਲ ਜਾਏ ਫਿਰ ਕੀ ਐਂਟਰੀ ਪਾਵਾਂਗੇ ਬੈਂਕ ਟੂ ਇੰਸ਼ੋਰੈਂਸ ਕੰਪਨੀ। ਹੁਣ ਨੈਕਸਟ ਦੇਖੋ, ਨੈਕਸਟ ਕੀ ਲਿਖਿਆ ਹੈ, ਕਹਿੰਦਾ ਗੁੱਡਸ ਡਿਸਟਰੋਏ ਬਾय ਟ੍ਰਾਂਜਿਟ 25,000। ਟਰਾਂਸਪੋਰਟ ਕੰਪਨੀ ਐਡਮਿਟ ਦਾ ਫੁੱਲ ਕਲੇਮ, ਐਡਮਿਟ ਹੁੰਦਾ ਮੰਨ ਲਿਆ ਉਹਨਾਂ ਨੇ ਵੀ ਕਹਿੰਦੀ ਪੂਰਾ ਦਾ ਪੂਰਾ ਕਲੇਮ ਦੇ ਦੂੰਗੀ। ਹੁਣ ਲੋਸ ਤਾਂ ਰਿਹਾ ਨਹੀਂ ਸਾਡਾ ਕੋਈ, ਠੀਕ ਆ। ਜੇ ਅਲੱਗ-ਅਲੱਗ ਡੇਟਸ ਹੋਣ ਤਾਂ ਆਪਾਂ ਲੋਸ ਵਗੈਰਾ ਨੂੰ ਡੈਬਿਟ ਕਰ ਸਕਦੇ ਹਾਂ। ਸੇਮ ਡੇਟ ਦੇ ਵਿੱਚ ਹੀ ਟਰਾਂਸਪੋਰਟ ਕੰਪਨੀ ਨੇ ਜਦੋਂ ਐਡਮਿਟ ਕਰ ਲਿਆ ਤਾਂ ਕੀ ਐਂਟਰੀ ਪਾਊਗੀ, ਠੀਕ ਆ। ਕੀ ਪਾਊਗੀ ਟਰਾਂਸਪੋਰਟ ਕੰਪਨੀ ਅਕਾਊਂਟ ਡੈਬਿਟ ਟੂ ਪਰਚੇਜ਼ ਅਕਾਊਂਟ। ਲੋਸ ਨੂੰ ਕਿਉਂ ਨਹੀਂ ਡੈਬਿਟ ਕੀਤਾ, ਕਿਉਂਕਿ ਫੁੱਲ ਕਲੇਮ ਦੇਣ ਨੂੰ ਤਿਆਰ ਹੋ ਗਈ ਟਰਾਂਸਪੋਰਟ ਕੰਪਨੀ। ਤਾਂ ਟਰਾਂਸਪੋਰਟ ਕੰਪਨੀ ਅਕਾਊਂਟ ਡੈਬਿਟ ਟੂ ਪਰਚੇਜ਼ ਅਕਾਊਂਟ। ਲੋਸ ਨੂੰ ਤਾਂ ਬੇਟਾ ਉੱਥੇ ਡੈਬਿਟ ਕਰਨਾ ਸੀ ਸਾਨੇ ਜੇ ਕਲੇਮ ਦੇਣ ਨੂੰ ਤਿਆਰ ਨਾ ਹੋਵੇ। ਹੁਣ ਗੁੱਡਸ ਡਿਸਟਰੋਏ ਹੋਈਆਂ ਨੇ, ਕਿੱਥੋਂ ਕਿਵੇਂ ਡਿਸਟਰੋਏ ਹੋਈਆਂ ਨੇ, ਟ੍ਰਾਂਜਿਟ 'ਚ ਡਿਸਟਰੋਏ ਹੋਈਆਂ ਨੇ। ਟਰਾਂਸਪੋਰਟ ਕੰਪਨੀ ਕਹਿੰਦੀ ਮੈਂ ਫੁੱਲ ਕਲੇਮ ਦੇ ਦੂੰ, ਤਾਂ ਟਰਾਂਸਪੋਰਟ ਕੰਪਨੀ ਤੋਂ ਪੈਸੇ ਲੈਣੇ ਹੋਗੇ, ਟਰਾਂਸਪੋਰਟ ਕੰਪਨੀ ਅਕਾਊਂਟ ਡੈਬਿਟ ਟੂ ਪਰਚੇਜ਼। ਨੈਕਸਟ ਦੇਖੋ ਕੀ ਲਿਖਿਆ, ਕਹਿੰਦਾ ਗੁੱਡਸ ਡਿਸਟਰੋਏ ਹੋ ਗਿਆ ਰੇਂਜ, ਠੀਕ ਹੈ। ਇੰਸ਼ੋਰੈਂਸ ਕੰਪਨੀ ਕਹਿੰਦੀ ਮੈਂ ਪੇਡ ਦਾ ਕਲੇਮ 5,000। ਇੰਸ਼ੋਰੈਂਸ ਕੰਪਨੀ ਨੇ ਸਾਨੂੰ ਪੈਸੇ ਦੇ ਦਿੱਤੇ, ਹੁਣ ਨੁਕਸਾਨ ਕਿੰਨਾ ਰਹਿ ਗਿਆ 20,000 ਦੀਆਂ ਚੀਜ਼ਾਂ ਨੁਕਸਾਨ ਹੋਇਆ। ਇੰਸ਼ੋਰੈਂਸ ਕੰਪਨੀ ਨੇ 5,000 ਦੇ ਦਿੱਤੇ, ਨੁਕਸਾਨ ਕਿੰਨਾ ਰਹਿ ਗਿਆ ਲੋਸ ਬਾय ਰੇਨ ਅਕਾਊਂਟ ਡੈਬਿਟ ਕਿੰਨਾ ਹੋ ਗਿਆ 15,000। 20,000 ਦਾ ਲੋਸ ਸੀ ਨਾ ਬੇਟਾ, 5,000 ਆਪਾਂ ਨੂੰ ਇੰਸ਼ੋਰੈਂਸ ਕੰਪਨੀ ਨੇ ਕਹਿਤਾ ਵੀ ਦੇ ਪੇਮੈਂਟ ਕਰਤੀ ਇੰਸ਼ੋਰੈਂਸ ਕੰਪਨੀ, ਨੁਕਸਾਨ ਕਿੰਨਾ ਰਹਿ ਗਿਆ 15,000। ਬੈਂਕ ਅਕਾਊਂਟ ਡੈਬਿਟ, ਹੁਣ ਇਹਦੇ ਵਿੱਚ ਇੰਸ਼ੋਰੈਂਸ ਕੰਪਨੀ ਨੂੰ ਕਿਉਂ ਨਹੀਂ ਡੈਬਿਟ ਕੀਤਾ, ਧਿਆਨ ਨਾਲ ਦੇਖੋ। ਜਦੋਂ ਲਿਖਿਆ ਹੋਵੇ ਨਾ ਪੇਡ ਦਾ ਕਲੇਮ ਤਾਂ ਬੈਂਕ ਅਕਾਊਂਟ, ਕਿਉਂਕਿ ਚੈੱਕ ਥਰੂ ਹੀ ਪੇਮੈਂਟ ਹੁੰਦੀ ਹੈ। ਬੈਂਕ ਅਕਾਊਂਟ ਡੈਬਿਟ ਟੂ ਪਰਚੇਜ਼, ਕਲੀਅਰ ਹੋ ਗਿਆ ਬੇਟਾ। ਜਦੋਂ ਕਿਸੇ ਵੀ ਸਟੇਟਮੈਂਟ ਦੇ ਵਿੱਚ ਲਿਖਿਆ ਹੋਵੇ, ਜੇ ਐਡਮਿਟ ਲਿਖਿਆ ਹੋਵੇ ਤਾਂ ਇੰਸ਼ੋਰੈਂਸ ਕੰਪਨੀ ਨੂੰ ਡੈਬਿਟ ਕਰਦੇ ਆ। ਹੁਣ ਸਾਨੂੰ ਕਲੇਮ ਹੀ ਦੇਤਾ ਤਾਂ ਲੋਸ ਬਾय ਰੇਨ ਅਕਾਊਂਟ ਡੈਬਿਟ ਬੈਂਕ ਅਕਾਊਂਟ ਡੈਬਿਟ ਟੂ ਪਰਚੇਜ਼ ਅਕਾਊਂਟ, ਠੀਕ ਆ। ਹੁਣ ਨੈਕਸਟ ਦੇਖਦੇ ਹਾਂ ਆਪਾਂ ਐਂਟਰੀ, ਨੈਕਸਟ ਕੀ ਆ। ਹੁਣ ਲਿਖਿਆ ਗੁੱਡ ਡਿਸਟਰੋਏ ਇਨ ਟ੍ਰਾਂਜਿਟ, ਇੰਸ਼ੋਰੈਂਸ ਕੰਪਨੀ ਪੇਡ ਦਾ ਕਲੇਮ। ਹੁਣ ਇੱਥੇ ਐਡਮਿਟ ਨਹੀਂ ਹੈਗਾ, ਪੇਡ ਕਰਤਾ ਸਾਨੂੰ, ਕਲੇਮ ਪੇ ਕਰਤਾ। ਜਦੋਂ ਕਲੇਮ ਪੇ ਕਰਦੇ ਨਹੀਂ ਦਿੱਤਾ ਤਾਂ ਬੈਂਕ ਅਕਾਊਂਟ ਡੈਬਿਟ ਟੂ ਪਰਚੇਜ਼ ਕਰ ਦਾਂਗੇ, ਠੀਕ ਆ। ਪਤਾ ਲੱਗਿਆ। ਹੁਣ 2-3 ਚੀਜ਼ਾਂ ਨੇ ਜੋ ਟਿਪਸ ਤੇ ਤੁਹਾਨੇ ਦਿਮਾਗ 'ਚ ਰੱਖਣਾ ਗਾ। ਜੇ ਐਡਮਿਟ ਲਿਖਿਆ ਹੋਵੇ, ਜਿਵੇਂ ਐਡਮਿਟ ਲਿਖਿਆ ਹੋਵੇ, ਜੇ ਐਡਮਿਟ ਜਿਵੇਂ ਇਹਦੇ ਵਿੱਚ ਲਿਖਿਆ ਸੀ ਐਡਮਿਟ, ਜੇ ਐਡਮਿਟ ਲਿਖਿਆ ਤਾਂ ਕੰਪਨੀ ਜਿਹਨੇ ਐਡਮਿਟ ਕੀਤਾ ਕਲੇਮ, ਜੇ ਇੰਸ਼ੋਰੈਂਸ ਕੰਪਨੀ ਦਾ ਇੰਸ਼ੋਰੈਂਸ ਕੰਪਨੀ ਨੂੰ ਡੈਬਿਟ ਕਰ ਦਿਓ, ਜੇ ਟਰਾਂਸਪੋਰਟ ਕੰਪਨੀ ਦਾ ਟਰਾਂਸਪੋਰਟ ਕੰਪਨੀ ਨੂੰ ਡੈਬਿਟ ਕਰ ਦਿਓ। ਜਿਵੇਂ ਇੱਥੇ ਟਰਾਂਸਪੋਰਟ ਕੰਪਨੀ ਜਿਹੜਾ ਵੀ ਕੰਪਨੀ ਦਾ ਨਾਮ ਆ ਉਹਨੂੰ ਡੈਬਿਟ ਕਰ ਦਿਓ ਜੇ ਐਡਮਿਟ ਲਿਖਿਆ ਹੋਵੇ। ਜੇ ਲਿਖਿਆ ਹੋਵੇ ਪੇਡ ਕਰਤਾ ਤਾਂ ਬੈਂਕ ਨੂੰ ਡੈਬਿਟ ਕਰਨਾ। ਹੁਣ ਜਿਵੇਂ ਆਪਾਂ ਐਂਟਰੀ ਕੀਤੀ ਹੈ ਇਹਦੇ ਵਿੱਚ ਕੀ ਲਿਖਿਆ ਸੀ ਗੁੱਡ ਡਿਸਟਰੋਏ ਬਾय ਰੇਨ, ਇੰਸ਼ੋਰੈਂਸ ਕੰਪਨੀ ਪੇਡ ਦਾ ਕਲੇਮ 5,000, ਇੰਸ਼ੋਰੈਂਸ ਕੰਪਨੀ ਨੇ 5,000 ਦਾ ਕਲੇਮ ਦੇ ਦਿੱਤਾ ਸੀ। ਤਾਂ ਲੋਸ ਬਾय ਰੇਨ ਅਕਾਊਂਟ ਡੈਬਿਟ ਕਿੰਨਾ ਸੀ 15,000। ਤਾਂ ਬੈਂਕ ਅਕਾਊਂਟ ਡੈਬਿਟ ਕਿੰਨੇ ਰੁਪਏ ਦੇਤੇ ਸੀ, ਕਿਉਂਕਿ 20,000 ਦਾ ਲੋਸ ਸੀ, 5,000 ਇੰਸ਼ੋਰੈਂਸ ਨੇ ਦਿੱਤਾ, ਲੋਸ ਤਾਂ 15 ਦਾ ਰਹਿ ਗਿਆ। ਬੈਂਕ ਅਕਾਊਂਟ ਨੂੰ ਡੈਬਿਟ ਕਰਨਾ ਜਦੋਂ ਪੇਡ ਲਿਖਿਆ ਹੋਵੇ, ਜਦੋਂ ਪੇਡ ਲਿਖਿਆ ਹੋਵੇ ਤਾਂ ਬੈਂਕ ਅਕਾਊਂਟ ਡੈਬਿਟ ਟੂ ਪਰਚੇਜ਼ ਅਕਾਊਂਟ, ਠੀਕ ਆ। ਹੁਣ ਨੈਕਸਟ ਹੈ ਗੁੱਡਸ ਡਿਸਟਰੋਏ ਇਨ ਟ੍ਰਾਂਜਿਟ 40,000, ਇੰਸ਼ੋਰੈਂਸ ਕੰਪਨੀ ਪੇਡ ਦਾ ਕਲੇਮ। ਇੰਸ਼ੋਰੈਂਸ ਕੰਪਨੀ ਨੇ ਪੇ ਕਰਤਾ ਨਾ, ਐਡਮਿਟ ਨਹੀਂ ਕੀਤਾ, ਪੇ ਕਰਤਾ। ਜਦੋਂ ਪੇ ਲਿਖਿਆ ਹੋਵੇ ਤਾਂ ਬੈਂਕ ਅਕਾਊਂਟ ਡੈਬਿਟ ਟੂ ਪਰਚੇਜ਼ ਪਾਊਗੀ। ਨੈਕਸਟ ਦੇਖੋ, ਹੁਣ ਨੈਕਸਟ ਐਂਟਰੀ ਦੇਖੋ ਗੁੱਡਸ ਡਿਸਟਰੋਏ ਡਿਊ ਟੂ ਫਾਇਰ,
ड्यू टू वार करके अपनी ਜਿਹੜੀ ਗੁੱਡਸ ਸੀ डिस्ट्रॉय हो गई, ठीक है। तो लॉस बाय वार का वार अकाउंट डेबिट कितना होगा 40,000 टू परचेज अकाउंट, ठीक है। लॉस बाय वार अकाउंट डेबिट टू परचेज, ਤੁਹਾਨੂੰ पता भी लॉस आ नोमीनल अकाउंट आ, परचेज ਨੂੰ ਕ੍ਰੈਡਿਟ ਕਰਾਂਗੇ। ਫਿਰ ਲਿਖਿਆ ਇੰਸ਼ੋਰੈਂਸ ਕੰਪਨੀ ਐਡਮਿਟ ਦਾ ਕਲੇਮ ਆਫ ਦੀ ਅਬਵ ਗੁੱਡਸ। ਹੁਣ ਜੋ ਬੇਟਾ ਆਪਾਂ ਕਰਕੇ ਆ ਰਹੇ ਆ ਨਾ, ਉਹਦੇ ਵਿੱਚ ਸੇਮ ਡੇਟ 'ਚ ਇੰਸ਼ੋਰੈਂਸ ਕੰਪਨੀ ਐਡਮਿਟ ਕਰਦੀ ਸੀ, ਠੀਕ ਆ। ਵੈਸੇ ਸੇਮ ਡੇਟ 'ਚ ਤਾਂ ਐਡਮਿਟ ਵੀ ਨਹੀਂ ਹੁੰਦਾ ਪ੍ਰੈਕਟੀਕਲੀ, ਤਾਂ ਜੋ ਆਪਾਂ ਦੇਖਿਆ ਜੇ ਵੀ ਟਾਈਮ ਅੱਜ ਇੰਸ਼ੋਰੈਂਸ ਹੋ ਗਿਆ ਕਾਫੀ ਟਾਈਮ ਬਾਅਦ ਐਡਮਿਟਡ ਹੁੰਦਾ ਗਾ। ਜਿਵੇਂ ਪ੍ਰੈਕਟੀਕਲ ਸਿਚੁਏਸ਼ਨ ਇਸ ਤਰ੍ਹਾਂ ਹੁੰਦੀ, ਜਿਵੇਂ ਹੁਣ ਆਪਾਂ ਕਰ ਰਹੇ ਹਾਂ ਪ੍ਰੈਕਟੀਕਲ ਪ੍ਰੋਬਲਮ, ਇਸ ਤਰ੍ਹਾਂ ਦੇ ਕੇਸਿਸ ਪਾਉਂਦੇ ਨੇ ਪ੍ਰੈਕਟੀਕਲੀ। ਜੇ ਆਪਾਂ ਦੇਖੀਏ ਉਹ ਸੇਮ ਡੇ ਮੰਨ ਕੇ ਚੱਲੇ ਸੀ ਵੀ ਸੇਮ ਡੇ ਐਡਮਿਟ ਹੋ ਗਿਆ ਜਾਂ ਮਿਲ ਗਿਆ। ਹੁਣ ਕੀ ਹੈ ਇੰਸ਼ੋਰੈਂਸ ਕੰਪਨੀ ਐਡਮਿਟ ਦਾ ਕਲੇਮ, ਐਡਮਿਟ ਹੁੰਦਾ ਮੰਨ ਕੇ ਦੇਣ ਨੂੰ 34,000 ਰੁਪਇਆ। ਹੁਣ ਆਪਣੇ ਧਿਆਨ ਰੱਖਣਾ ਅਬਵ ਦੀ ਗੱਲ ਕਰ ਰਹੇ ਆ, ਅਬਵ ਗੁੱਡਸ ਆਪਾਂ ਲੋਸ ਬਾय ਫਾਇਰ 40 ਕਰ ਰੱਖਿਆ, ਨੁਕਸਾਨ ਤਾਂ 40 ਹੋਇਆ ਨਹੀਂ ਹੈਗਾ। ਉਹ ਸੇਮ ਡੇਟ ਸੀ ਬੇਟਾ ਜੋ ਐਡਜਸਟ ਕਰ ਲੈਂਦੇ ਸੀਗੇ। ਇਹਦੇ ਵਿੱਚ ਡੇਟਸ ਡਿਫਰੈਂਟ ਨੇ, ਇਸ ਕਰਕੇ ਇਹਦੇ ਵਿੱਚ ਨਹੀਂ ਐਡਜਸਟ ਹੋ ਸਕਦਾ। ਅਲੱਗ-ਅਲੱਗ ਡੇਟਸ ਅਲੱਗ-ਅਲੱਗ ਐਂਟਰੀ ਪੈਣਗੀਆਂ। ਹਾਂ ਲੋਸ 40,000 ਨਹੀਂ ਰਿਹਾ, ਲੋਸ ਕਿੰਨਾ ਰਿਹਾ, ਲੋਸ ਕਿੰਨਾ ਸੀ 40 ਚੋਂ 34 ਦੇਣ ਨੂੰ ਤਿਆਰ ਹੋ ਗਈ, ਲੋਸ ਕਿੰਨਾ ਰਹਿ ਗਿਆ 6। ਤਾਂ ਲੋਸ ਕਿੰਨਾ ਘਟ ਗਿਆ ਆਪਣਾ, ਇੰਸ਼ੋਰੈਂਸ ਕੰਪਨੀ 34,000 ਦੇਣ ਨੂੰ ਤਿਆਰ ਹੋ ਗਈ, 34,000 ਨਾਲ ਘਟ ਗਿਆ। ਤਾਂ ਲੋਸ ਨੂੰ ਇੱਥੇ ਆਪਾਂ ਕ੍ਰੈਡਿਟ ਕਰਾਂਗੇ। ਕਿਉਂ ਲੋਸ ਨੂੰ ਕ੍ਰੈਡਿਟ ਕਿਉਂ ਕਰਨਾ ਪੈ ਗਿਆ, ਜਿਹੜੇ ਬਾਕੀ ਜਿਹੜੇ ਪ੍ਰੈਕਟ ਕੀਤੇ ਸੀ ਇਸ ਤੋਂ ਪਹਿਲਾਂ ਕਰਵਾਏ ਨੇ ਉਹਦੇ ਵਿੱਚ ਡੇਟ ਬੇਟਾ ਸੇਮ ਹੁੰਦੀ ਸੀ। ਆਪਾਂ ਐਂ ਕਰਦੇ 36,000 ਇੰਸ਼ੋਰੈਂਸ ਕੰਪਨੀ ਨੂੰ ਦਿਖਾ ਦਿੰਦੇ ਸੀ, 4,000 ਲੋਸ ਦਿਖਾ ਦਿੰਦੇ। ਡੇਟ ਡਿਫਰੈਂਟ ਨੇ, ਤੁਹਾਨੂੰ ਦੱਸਿਆ ਪ੍ਰੈਕਟੀਕਲੀ ਕੀ ਹੁੰਦਾ, ਡੇਟ ਡਿਫਰੈਂਟ ਹੁੰਦੀਆਂ ਨੇ। ਡੇਟ ਅੱਜ ਹੀ ਜਿਵੇਂ ਲੋਸ ਹੋ ਗਿਆ ਅੱਜ ਨਹੀਂ ਹੁੰਦਾ, ਐਡਮਿਟ ਟਾਈਮ ਲੱਗਦਾ। ਹੁਣ ਇਹਨੇ ਕੀਤਾ ਲਾ ਲਓ ਇਹ 'ਚ ਨਵੰਬਰ 25 ਨੂੰ ਤਾਂ ਆਪਣੀ ਡਿਸਟਰੋਏ ਹੋਈਆਂ ਨੇ, ਕਲੇਮ ਇੰਸ਼ੋਰੈਂਸ 26 ਨੂੰ ਦੇਣ ਨੂੰ ਤਿਆਰ ਹੋ ਗਏ। ਤਾਂ 25 ਨੂੰ ਤਾਂ ਐਂਟਰੀ ਪਾਤੀ ਲੋਸ ਪਾਰ ਅਕਾਊਂਟ ਡੈਬਿਟ ਟੂ ਪਰਚੇਸ ਪਾਤੀ, ਬਾਹਰ ਨਾਲ ਖਰਾਬ ਹੋਏ ਨੇ, ਠੀਕ ਆ। ਲੋਸ ਬਾय ਵਾਰ ਅਕਾਊਂਟ ਡੈਬਿਟ ਟੂ ਪਰਚੇਸ ਅਕਾਊਂਟ। ਹੁਣ ਕੀ ਹੋ ਗਿਆ, ਇੰਸ਼ੋਰੈਂਸ ਕੰਪਨੀ ਕਹਿੰਦੀ ਮੈਂ 34,000 ਦੇ ਦੂੰਗੀ। ਆਪਾਂ ਹੁਣ 34,000 ਰੁਪਏ ਤਾਂ ਮਿਲੂਗਾ ਸਾਨੂੰ। ਹੁਣ 34,000 ਕ੍ਰੈਡਿਟ ਕਰਨਾ ਪਊ ਕਿਉਂਕਿ ਅਸੀਂ ਡੈਬਿਟ ਕਰ ਚੁੱਕੇ। ਹੁਣ ਤਾਂ ਪਹਿਲਾਂ ਲੋਸ ਦਿਖਾਤਾ ਸੀ, ਹੁਣ ਇਨਕਮ ਹੋ ਰਹੀ ਹੈ 34,000 ਨੂੰ ਕ੍ਰੈਡਿਟ ਕਰੋ। ਕਿਹਨੂੰ ਡੈਬਿਟ ਕਰੋ, ਇੰਸ਼ੋਰੈਂਸ ਕੰਪਨੀ ਨੂੰ, ਠੀਕ ਆ। ਫਿਰ ਨੈਕਸਟ ਲਿਖਿਆ ਹੈਗਾ ਇੰਸ਼ੋਰੈਂਸ ਕੰਪਨੀ ਪੇਡ ਦਾ ਅਬਵ ਕਲੇਮ। ਹੁਣ ਇੰਸ਼ੋਰੈਂਸ ਕੰਪਨੀ ਕਹਿੰਦੀ ਮੈਂ ਤੁਹਾਨੂੰ ਅਬਵ ਕਲੇਮ ਦੇ ਦੂੰਗੀ, ਕਿੰਨੇ ਰੁਪਏ ਦੇ ਦੂੰਗੀ 34,000 ਦਾ। ਤਾਂ ਬੈਂਕ ਅਕਾਊਂਟ ਡੈਬਿਟ, ਹੁਣ ਇੱਥੇ ਪਰਚੇਜ ਨਹੀਂ ਕਰਨਾ ਕਿਉਂਕਿ ਆਪਾਂ ਇੰਸ਼ੋਰੈਂਸ ਕੰਪਨੀ ਨੂੰ ਡੈਬਿਟ ਕਰ ਚੁੱਕੇ, ਤਾਂ ਇੰਸ਼ੋਰੈਂਸ ਕੰਪਨੀ ਨੂੰ ਕ੍ਰੈਡਿਟ ਕਰਨਾ ਪਊਗਾ। ਇਹ ਧਿਆਨ ਨਾਲ ਦੁਬਾਰਾ ਇੱਕ ਵਾਰ ਰਿਪੀਟ ਵੀ ਕਰਦੀ ਨਾ, ਕਿਉਂਕਿ ਡੇਟ ਡਿਫਰੈਂਸ ਨੇ ਬੇਟਾ। ਹੁਣ ਤੁਸੀਂ ਕਹੋਗੇ ਬੈਂਕ ਟੂ ਪਰਚੇਜ, ਬੇਟਾ ਉਸ ਤਰ੍ਹਾਂ ਨਹੀਂ ਪੈਣੀ ਹੈਗੀ ਕਿਉਂਕਿ ਡੇਟ ਡਿਫਰੈਂਟ ਨੇ। ਆਪਾਂ ਇੰਸ਼ੋਰੈਂਸ ਕੰਪਨੀ ਨੂੰ ਡੈਬਿਟ ਕਰ ਚੁੱਕੇ, ਉਹਨੇ ਸਾਨੂੰ ਕਲੇਮ ਦਿੱਤਾ ਤਾਂ ਉਹਨੂੰ ਇੰਸ਼ੋਰੈਂਸ ਕੰਪਨੀ ਨੂੰ ਕ੍ਰੈਡਿਟ ਕਰਦੇ ਹੁੰਦੇ ਆ। ਤਾਂ ਇੱਕ ਵਾਰ ਡੈਬਿਟ ਕਰਤਾ ਕਿਉਂਕਿ ਉਹ ਤੋਂ ਪੈਸੇ ਆ ਗਏ, ਉਹਨੂੰ ਕ੍ਰੈਡਿਟ ਕਰਨਾ ਪਊ ਬੈਂਕ ਅਕਾਊਂਟ ਡੈਬਿਟ ਟੂ ਪਰਚੇਜ। ਜਿਹੜੀ ਪਹਿਲਾਂ ਐਂਟਰੀਜ਼ ਕੀਤੀਆਂ ਨੇ ਉਹਦੇ ਵਿੱਚ ਕੀ ਡਿਫਰੈਂਟ ਸੀਗਾ, ਉਹਦੇ ਵਿੱਚ ਬੇਟਾ ਕੀ ਸੀਗਾ, ਡੇਟ ਕੀ ਸੀ ਸੇਮ ਸੀਗੀ, ਠੀਕ ਆ। ਹੁਣ ਡੇਟ ਡਿਫਰੈਂਟ ਆ, ਜਿਵੇਂ 40 ਇੱਕ ਦਿਨ ਨਾਲ 40,000 ਦਾ ਡਿਸਟਰੋਏ ਹੋ ਗਿਆ, ਨੈਕਸਟ ਡੇ ਇੰਸ਼ੋਰੈਂਸ ਕੰਪਨੀ ਕੀ ਕਹਿੰਦੀ 34,000 ਰੁਪਏ ਐਡਮਿਟ ਕਰ ਲਿਆ, ਫਿਰ ਪੈਸੇ ਮਿਲ ਗਏ ਅਲੱਗ ਡੇਟ 'ਚ ਮਿਲ ਗਏ। ਤਾਂ ਪਹਿਲੀ ਐਂਟਰੀ ਲੋਸ ਬਾय ਵਾਰ ਅਕਾਊਂਟ ਡੈਬਿਟ ਟੂ ਪਰਚੇਸ ਅਕਾਊਂਟ, ਠੀਕ ਆ। ਕਿੰਨਾ ਨੁਕਸਾਨ ਹੋ ਗਿਆ ਆਪਣਾ 40,000 ਦਾ। ਹੁਣ ਇੰਸ਼ੋਰੈਂਸ ਕੰਪਨੀ ਕਿੰਨਾ ਦੇਣ ਨੂੰ ਤਿਆਰ ਹੋ ਗਈ 34, ਤੁਹਾਨੂੰ ਪਤਾ ਇੰਸ਼ੋਰੈਂਸ ਕੰਪਨੀ ਦਾ ਡੈਬਿਟ ਕਰਾਂਗੇ। ਹੁਣ ਲੋਸ ਬਾय ਵਾਰ ਅਕਾਊਂਟ ਨੂੰ ਕ੍ਰੈਡਿਟ ਕਿਉਂ ਕਰਨਾ ਪੈ ਗਿਆ, ਲੋਸ ਬਾय ਵਾਰ ਅਕਾਊਂਟ ਨੂੰ ਕ੍ਰੈਡਿਟ ਕਿਉਂ ਕਰਨਾ ਪਿਆ, ਕਿਉਂਕਿ ਹੁਣ ਸਾਡਾ ਲੋਸ ਤਾਂ ਰਿਹਾ ਨਹੀਂ, ਇਨਕਮ ਹੋ ਗਈ। 40 ਦਾ ਲੋਸ ਹੋਇਆ ਸੀ, 36,000 ਤਾਂ ਇਨਕਮ, 34,000 ਤਾਂ ਦੇਣ ਨੂੰ ਤਿਆਰ ਹੋ ਗਈ, 34,000 ਇਨਕਮ ਹੋ ਗਈ, ਇਸ ਕਰਕੇ ਕ੍ਰੈਡਿਟ ਕੀਤਾ ਗਾ, ਠੀਕ ਆ। ਹੁਣ ਨੈਕਸਟ ਡੇ ਲਿਖਿਆ ਵੀ ਕੰਪਨੀ ਨੇ ਕਲੇਮ ਦਿੱਤਾ, ਤਾਂ ਇੰਸ਼ੋਰੈਂਸ ਕੰਪਨੀ ਨੂੰ ਅਸੀਂ ਡੈਬਿਟ ਕਰ ਚੁੱਕੇ ਹਾਂ, ਤਾਂ ਇੰਸ਼ੋਰੈਂਸ ਕੰਪਨੀ ਨੂੰ ਹੀ ਕ੍ਰੈਡਿਟ ਕਰਨਾ ਪਊ ਬੈਂਕ ਅਕਾਊਂਟ ਡੈਬਿਟ ਟੂ ਇੰਸ਼ੋਰੈਂਸ ਕੰਪਨੀ। ਹੁਣ ਨੈਕਸਟ ਦੇਖੋ ਕੀ ਹੈਗਾ, ਹੁਣ ਲੋਸ ਬਾय ਫਾਇਰ ਵਗੈਰਾ ਤਾਂ ਹੋ ਗਿਆ। ਜੇ ਨੈਕਸਟ ਕੀ ਹੈਗਾ, ਜੇ ਡੋਨੇਸ਼ਨ ਦਿੱਤੀ ਹੋਵੇ, ਗੁੱਡ ਡਿਸਟਰੀਬਿਊਟ ਐਜ਼ ਏ ਫ੍ਰੀ ਸੈਂਪਲ। ਜਦੋਂ ਫ੍ਰੀ ਸੈਂਪਲ ਕਾਹਦੇ ਲਈ ਦਿੰਦੇ ਹੁੰਦੇ ਅਸੀਂ, ਐਡਵਰਟਾਈਜ਼ਮੈਂਟ ਲਈ, ਠੀਕ ਹੈ। ਐਡਵਰਟਾਈਜ਼ਮੈਂਟ ਲਈ ਫ੍ਰੀ ਸੈਂਪਲ ਦਿੱਤੇ, ਤਾਂ ਐਡਵਰਟਾਈਜ਼ਮੈਂਟ ਅਕਾਊਂਟ ਡੈਬਿਟ ਟੂ ਪਰਚੇਸ। ਕੋਈ ਗੁੱਡਸ ਨੂੰ ਆਪਾਂ ਪਰਚੇਸ 'ਚ ਡੈਬਿਟ ਕਰਦੇ ਹਾਂ, ਫ੍ਰੀ ਸੈਂਪਲ ਦੇਤੇ। ਸਟੋਕ ਹੁੰਦਾ ਨਾ ਪਰਚੇਸ 'ਚ, ਤਾਂ ਸਟੋਕ ਦੀ ਬਜਾਏ ਪਰਚੇਸ ਨੂੰ ਕ੍ਰੈਡਿਟ ਕਰਦੇ, ਠੀਕ ਹੈ ਜੀ। ਸਟੋਕ ਥਰੂ ਕੀਤੀ ਹੋਵੇ ਐਂਟਰੀ ਤਾਂ ਕ੍ਰੈਡਿਟ ਕਰ ਸਕਦੇ ਹਾਂ। ਫਿਲਹਾਲ ਆਪਾਂ ਪਰਚੇਸ 'ਚ ਮੰਨਦੇ, ਪਰਚੇਸ ਪਈ ਜਾਂਦੇ, ਤਾਂ ਐਡਵਰਟਾਈਜ਼ਮੈਂਟ ਅਕਾਊਂਟ ਡੈਬਿਟ ਟੂ ਪਰਚੇਸ ਹੀ ਕਰਨਾ ਤੁਹਾਨੂੰ, ਠੀਕ ਆ। ਨੈਕਸਟ ਹੈਗਾ ਗੁੱਡਸ ਡਿਸਟਰੀਬਿਊਟ ਐਜ਼ ਚੈਰਿਟੀ ਅਕਾਊਂਟ ਡੈਬਿਟ ਟੂ ਪਰਚੇਸ, ਕਿਉਂਕਿ ਗੁੱਡਸ ਪਰਚੇਸ 'ਚ ਨੇ ਨਾ, ਆਪਾਂ ਚੈਰਿਟੀ ਦਾਨ ਕਰਦਾ, ਚੈਰਿਟੀ ਆਪਣਾ ਕੀ ਹੋ ਗਿਆ, ਲੋਸ ਹੋ ਰਿਹਾ ਨੋਮੀਨਲ ਅਕਾਊਂਟ ਤਾਂ ਡੈਬਿਟ ਕੀਤਾ ਟੂ ਪਰਚੇਸ। ਇਹਦੇ ਗੁੱਡਸ ਫ੍ਰੀ ਸੈਂਪਲ ਦੇ ਦੋ ਉੱਤੇ ਦੇਤੀਆਂ, ਉਹ ਤਾਂ ਲੋਸ ਰਿਹਾ। ਕੀ ਹੋ ਰਿਹਾ, ਐਡਵਰਟਾਈਜ਼ਮੈਂਟ, ਕਿਹੜਾ ਹੈਡ ਬਣ ਗਿਆ, ਐਡਵਰਟਾਈਜ਼ਮੈਂਟ ਅਕਾਊਂਟ ਡੈਬਿਟ ਟੂ ਪਰਚੇਸ, ਠੀਕ ਆ। ਤੁਹਾਡੀ ਬੇਟਾ ਐਂਟਰੀਜ਼ ਇਹ ਹੋ ਗਈਆਂ ਇੰਸ਼ੋਰ ਲੋਸ ਬਾय ਫਾਇਰ ਵਾਲੀ। ਨੈਕਸਟ ਕਰਦੇ ਹਾਂ ਹੁਣ ਆਪਾਂ, ਦੇਖੋ ਹੁਣ ਐਂਟਰੀਜ਼ ਦੇਖ ਲਓ ਕੀ ਲਿਖਿਆ, ਗੁੱਡ ਡਿਸਟਰੋਏ ਬਾय ਫਾਇਰ, ਠੀਕ ਹੈ। ਫਾਇਰ ਨਾਲ ਹੋ ਗਿਆ ਤਾਂ ਲੋਸ ਬਾय ਫਾਇਰ ਅਕਾਊਂਟ ਡੈਬਿਟ ਟੂ ਪਰਚੇਸ ਪੈ ਜੂਗੀ ਐਂਟਰੀ। ਫਿਰ ਲਿਖਿਆ ਗੁੱਡਸ ਡਿਸਟਰੋਏ ਬਾय ਰੇਨ, ਇੰਸ਼ੋਰੈਂਸ ਕੰਪਨੀ ਐਡਮਿਟ ਦਾ ਕਲੇਮ 24,000। ਹੁਣ ਲੋਸ ਕਿੰਨਾ ਰਹਿ ਗਿਆ, ਇੰਸ਼ੋਰੈਂਸ ਕੰਪਨੀ ਕਹਿੰਦੀ 24,000 ਰੁਪਏ ਦੇਣ ਨੂੰ ਤਿਆਰ ਹੋ ਗਈ, ਐਡਮਿਟ ਕੀਤਾ ਨਾ। ਲੋਸ ਕਿੰਨਾ ਰਹਿ ਗਿਆ ਬੇਟਾ 6,000, ਤਾਂ ਲਈ ਕੀ ਲਿਖਾਂਗੇ, ਲੋਸ ਬਾय ਰੇਨ ਅਕਾਊਂਟ ਡੈਬਿਟ 6,000।
इंश्योरेंस कंपनी अकाउंट डेबिट 24,000 टू परचेज 30,000 रुपये टू परचेज 30,000 है। एक बार रिपीट कर देना एंट्री में। लॉस बाय रेन अकाउंट डेबिट लॉस कितना हो गया 6,000। इंश्योरेंस कंपनी अकाउंट डेबिट 24,000 टू परचेज 30,000। हूँ गुड्स डिस्ट्रॉय बाय एक्सीडेंट ट्रांसपोर्ट कंपनी एडमिट का फुल क्लेम ट्रांसपोर्ट कंपनी ने पूरा एडमिट कर लिया लॉस तो रहा नहीं तो ट्रांसपोर्ट कंपनी अकाउंट डेबिट ट्रांसपोर्ट कंपनी अकाउंट डेबिट टू परचेज। फिर गुड्स अगे लिखा गुड्स डिस्ट्रॉय इन ट्रांजिट इंश्योरेंस कंपनी पेड का क्लेम हूँ अपने इंश्योरेंस कंपनी ने पे करता तो बैंक को डेबिट करा ना बैंक अकाउंट डेबिट टू परचेज। कैश स्टोलन फ्रॉम कैश बॉक्स की एंट्री वो लॉस बाय थैफ्ट अकाउंट डेबिट टू कैश कैश ਨੂੰ ਕ੍ਰੈਡਿਟ ਕਰਨਾ ਪਊਗਾ ਇਹਦੇ ਵਿੱਚ ਕੋਈ ਕੈਸ਼ ਆ ਰਿਹਾ ਗੁड्स ਤਾਂ ਨਹੀਂ ਹੈਗੀਆਂ ਕੈਸ਼ ਆ ਰਿਹਾ ਲॉस ਬਾय ਥੈਫਟ ਅਕਾਊਂਟ ਡੈਬਿਟ ਟੂ ਕੈਸ਼। ਅੱਗੇ ਗੁੱਡਸ ਡਿਸਟਰॉय ਬਾय ਫਾਇਰ ਇੰਸ਼ੋਰੈਂਸ ਕੰਪਨੀ ਪੇਡ ਦਾ ਕਲੇਮ ਪੇ ਕਰਤਾ ਨਾ ਤਾਂ ਲॉस ਕੀ ਹੋ ਗਿਆ ਲॉस ਬਾय ਫਾਇਰ ਅਕਾਊਂਟ ਡੈਬਿਟ ਕਿੰਨਾ ਰਹਿ ਗਿਆ 2,000 रुपया पे करता ना तो बैंक अकाउंट डेबिट आ जाओ 13,000 रुपया टू परचेज कितना 15,000। फिर लिखा गुड्स डिस्ट्रॉय बाय रेन लॉस बाय रेन अकाउंट डेबिट टू परचेज। फिर लिखा गया इंश्योरेंस कंपनी ने क्लेम देने सहमत हो गया वाप क्लेम ठीक है ऊपर ना रिलेटेड है ना एंट्री तो इंश्योरेंस कंपनी अकाउंट डेबिट 32,000 किनू क्रेडिट करना पऊगा टू लॉस बाय रेन ਨੂੰ ਕ੍ਰੈਡਿਟ ਕਰਨਾ ਪਊ ਕਿੰਨੇ ਨਾਲ 32,000 रुपये ਨਾਲ क्योंकि ਆਪਾਂ ਉੱਥੇ ਡੈਬਿਟ ਕਰ ਚੁੱਕੇ ਨਾ ਹੁਣ ਇੰਸ਼ੋਰੈਂਸ ਕੰਪਨੀ ਅਗਰ ਨੈਕਸਟ ਡੇਟ 'ਚ ਦੇਣ ਨੂੰ ਤਿਆਰ ਹੋਈ ਆ ਤਾਂ ਕਿ ਐਂਟਰੀ ਪਾਉਣੀ ਪਊਗੀ ਇਹਦੀ ਆਪਾਂ ਨੂੰ। ਹੁਣ ਇੰਸ਼ੋਰੈਂਸ ਕੰਪਨੀ ਕਿੰਨਾ ਦੇਣ ਨੂੰ ਤਿਆਰ ਹੋ ਗਈ ਸਾਨੂੰ 32,000 ਤਾਂ ਇੰਸ਼ੋਰੈਂਸ ਕੰਪਨੀ ਅਕਾਊਂਟ ਡੈਬਿਟ ਟੂ की लिखांगे लॉस बाय रेन अकाउंट 32,000 रुपया। फिर लिखा नैशनल इंश्योरेंस कंपनी ने सानू पेमेंट क्लेम देता हूँ बैंक अकाउंट डेबिट हूँ की सीगा बेटा इतने नैशनल इंश्योरेंस लिख दी जी उपर एंट्री दसी सी क्योंकि नाम आ पूरा इंश्योरेंस कंपनी कहता सी मैंने हूँ इतने की उत्थे पहला दस देना कि एंट्री वो बैंक अकाउंट डेबिट टू नैशनल इंश्योरेंस कंपनी उपर नैक्सट की एंट्री दसी सी मैंने नैशनल इंश्योरेंस कंपनी अकाउंट डेबिट नवंबर Feb 25 दस नैशनल इंश्योरेंस कंपनी अकाउंट डेबिट टू लॉस 32,000 टू लॉस बाय रेन। फिर की पऊगी बैंक अकाउंट डेबिट टू नैशनल इंश्योरेंस कंपनी। हूँ थोड़ी जी प्रॉब्लम सी फॉलो अप 16 बेटा सोल्व होगी।